पीर मोहम्मद जी। मैं गौरव जी मैं कहना चाहना कि इन्हां दे संसद मैंबर ਜਿਹੜੇ ਰਾਜ ਸਭਾ ਦੇ ਵਿੱਚ ਬਣਾਏ 5 ਉਹਨਾਂ ਨੂੰ ਤਾਂ ਹੁਣ ਪੰਛੀ ਵੀ ਡੂੰਗੇ ਮਾਰ-ਮਾਰ ਕੇ ਕਹਿਣ ਲੱਗ ਪਏ ਆ ਕਿ ਤੁਸੀਂ ਪੰਜਾਬ 'ਚ ਜਾਓ ਭਾਈ, ਇੱਥੇ ਕੀ ਕਰਦੇ ਜੇ ਫਾਈਲਾਂ ਫੜ ਕੇ। ਮਤਲਬ ਇਹ ਆ ਕਿ ਇਸ ਵਕਤ ਜਿਹੜੇ ਹਾਲਾਤ ਨੇ ਕਿ ਇਹਨਾਂ ਦੇ 5 ਰਾਜ ਸਭਾ ਦੇ ਮੈਂਬਰ ਜਿਹੜੇ ਉਹਨਾਂ 'ਚ ਇੱਕੋ ਬਾਬਾ ਬਲਵੀਰ ਸਿੰਘ ਸੀਚੇਵਾਲ ਤੋਂ ਬਗੈਰ ਕੋਈ ਇਹਨਾਂ ਦਾ ਇੱਕ ਮੈਂਬਰ ਦੱਸ ਦਿਓ ਜਿਹੜਾ ਪੰਜਾਬ ਦੇ ਵਿੱਚ ਹੜ੍ਹ ਪੀੜਤਾਂ ਦੀ ਸਾਰ ਲੈਣ ਆਇਆ ਹੋਵੇ। ਜਦੋਂ ਇਹਨਾਂ ਨੇ ਇਸ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਐਮਐਲਏਜ਼ ਨੇ ਉਹ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਪੁਲਿਸ ਨਾਲ ਪੰਗੇ ਲੈ ਰਹੇ ਨੇ, ਕੋਈ ਕਿਸੇ ਪੱਤਰਕਾਰ ਨੂੰ ਕੁੱਟ ਰਿਹਾ, ਤੇ ਜਿਹੜਾ ਅਸਲ ਮਨੋਰਥ ਹੈ ਉਸ ਦੇ ਵੱਲ ਧਿਆਨ ਨਹੀਂ ਗਾ, ਤੇ ਫਿਰ ਮੁੜ ਕੇ ਗੱਲ ਆ ਜਾਂਦੀ ਗਵਰਨਰ ਸਾਹਿਬ ਕੋਲ ਕਿ ਗਵਰਨਰ ਸਾਹਿਬ ਠੀਕ ਹੈ। ਮਤਲਬ ਤੁਹਾਨੂੰ ਲੱਗ ਰਿਹਾ ਅਕਾਲੀ ਦਲ ਨੂੰ, ਪੀਰ ਮੁਹੰਮਦ ਜੀ, ਅਕਾਲੀ ਦਲ ਨੂੰ ਲੱਗ ਰਿਹਾ ਕਿ ਗਵਰਨਰ ਵਾਲਾ ਮੁੱਦਾ ਨਾ ਚੁੱਕਿਆ ਜਾਵੇ ਫਿਲਹਾਲ ਦੇ ਲਈ। ਮੈਂ ਇਹ ਗੱਲ ਕਹਿ ਰਿਹਾ ਕਿ ਗਵਰਨਰ ਸਾਹਿਬ ਦੇ ਨਾਲ ਟੇਬਲ ਟਾਕ ਕਰ ਲੈਣ ਬੈਠ ਕੇ, ਕੇਂਦਰ ਸਰਕਾਰ ਨਾਲ ਕਰ ਲੈਣ, ਲੇਕਿਨ ਪੰਜਾਬ ਦੇ ਲੋਕਾਂ ਨੂੰ ਕਿਉਂ ਦੁਖੀ ਕਰ ਰਹੇ ਨੇ? ਇਹ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ 92 ਵਿਧਾਇਕ ਦੇ ਦਿੱਤੇ, ਇਹਨਾਂ ਨੂੰ ਇੰਨਾ ਵੱਡਾ ਮੈਂਡੇਟ ਦੇ ਦਿੱਤਾ, ਉਸ ਤੋਂ ਬਾਅਦ ਪੰਜਾਬ ਦੇ ਲੋਕ ਕੀ ਕਰਨ? ਜਿਹੜੀਆਂ ਇਹਨਾਂ ਨੇ ਗਰੰਟੀਆਂ ਦਿੱਤੀਆਂ ਉਹਨਾਂ ਨੂੰ ਭੱਜ ਗਏ, ਜਿਹੜਾ ਕੇਂਦਰ ਸਰਕਾਰ ਨੇ ਪੈਸਾ ਦਿੱਤਾ ਉਹ ਪੈਸਾ ਵੀ ਨਹੀਂ ਡਿਸਟ੍ਰੀਬਿਊਟ ਕਰ ਰਹੇ। ਚਲੋ ਠੀਕ ਹੈ, ਹਾਂ ਥੋੜਾ ਜਿਹਾ ਵੇਟ ਕਰੋ, ਥੋੜਾ ਜਿਹਾ ਵੇਟ ਕਰੋ, ਇੱਕ ਵਾਰੀ ਥੋੜਾ ਜਿਹਾ ਵੇਟ ਕਰਿਓ। ਗਰੇਵਾਲ ਸਾਹਿਬ ਤੁਸੀਂ ਵੇਟ ਕਰਿਓ, ਜੈਮਾਨ ਜੀ ਬਹੁਤ ਦੇਰ ਦੀ ਇੰਤਜ਼ਾਰ ਕਰ ਰਹੇ ਨੇ। ਠੀਕ ਹੈ, ਥੋੜਾ ਇੱਕ ਵਾਰੀ ਜੈਮਾਨ ਜੀ ਦਾ ਰੁਕ ਕਰਨਾ। ਜੈਮਾਨ ਜੀ ਦੇਖੋ, ਘੁੰਮ ਫਿਰ ਕੇ ਗੱਲ ਜਦੋਂ 24 ਦੀ ਚੱਲ ਰਹੀ ਹੈ ਤਾਂ ਤੁਹਾਡੇ ਵਿਰੋਧੀਆਂ ਨੂੰ, ਖਾਸ ਤੌਰ ਤੇ ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਹੈ ਕਿ ਇਹ ਸਭ ਕੁਝ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਟਾਰਗੇਟ ਹੈ 2024 ਕਿ ਬਸ ਸੱਤਾ ਮਿਲ ਜਾਵੇ ਕਿਸੇ ਵੀ ਤਰੀਕੇ ਨਾਲ, ਔਰ ਖਾਸ ਤੌਰ ਤੇ ਰਾਜਪਾਲ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਹਾਂਜੀ, ਬਿਲਕੁਲ ਸਹੀ ਕਹਿੰਦੇ ਨੇ ਸਾਡੇ ਵਿਰੋਧੀ ਜੀ। ਮੈਂ ਵੀ ਇਹੋ ਹੀ ਕਹਿਣਾ, ਇਹ ਸਾਰੀਆਂ ਜਿਹੜੀਆਂ 26 ਔਡ ਪਾਰਟੀਆਂ ਨੇ ਜਿਹੜੀਆਂ ਇਕੱਠੀਆਂ ਹੋਈਆਂ ਨੇ, ਇਹਨਾਂ ਦਾ ਕੰਮ ਹੀ ਇਹ ਹੈ ਕਿ ਵੋਟਸ ਨੂੰ ਡਿਵਾਈਡ ਕਰਕੇ ਲੋਕਾਂ ਨੂੰ ਕਮਿਊਨਲ ਲਾਈਨਸ ਦੇ ਉੱਤੇ ਡਿਵਾਈਡ ਕਰਕੇ ਤੁਸੀਂ ਵੋਟਸ ਲਓ ਤੇ ਸੱਤਾ ਚਾਓ। ਇਹ ਸਾਰੇ ਇਹਨਾਂ ਗੱਲਾਂ ਦੇ ਵਿੱਚ ਬਹੁਤ ਪੁਰਾਣੇ ਐਕਸਪਰਟ ਨੇ, ਇਹਨਾਂ ਚੀਜ਼ਾਂ ਦੇ ਉੱਤੇ ਹੀ ਇਹਨਾਂ ਦੀਆਂ ਪਾਰਟੀਆਂ ਚੱਲੀਆਂ ਨੇ। ਐਸਪੀ ਹੋਏ ਜਾਂ ਮਮਤਾ ਬੈਨਰਜੀ ਹੋਏ ਜਾਂ ਕਾਂਗਰਸ ਹੋਏ, ਜਿਹਨੇ 60 ਸਾਲ ਮੁਸਲਿਮ ਵੋਟ ਨੂੰ ਨਰਚਰ ਕਰਕੇ ਤੇ ਇੱਥੇ ਰਾਜ ਕੀਤਾ। ਸੋ ਇਹਨਾਂ ਗੱਲਾਂ ਦੇ ਵਿੱਚ ਇਹ ਬੜੇ ਐਕਸਪਰਟ ਨੇ। ਬੀਜੇਪੀ ਦੇ ਐਸੇ ਕੰਮ ਕਰਦੀ ਨਹੀਂ। ਅਗਰ ਬੀਜੇਪੀ ਸੜਕਾਂ ਬਣਾਉਂਦੀ ਹੈ ਸਭ ਵਾਸਤੇ ਬਣਾਉਂਦੀ ਹੈ, ਸਕੂਲ ਬਣਾਉਂਦੀ ਹੈ ਸਭ ਵਾਸਤੇ ਬਣਾਉਂਦੀ ਹੈ, ਗੈਸ ਸਿਲੰਡਰ ਦਿੰਦੀ ਹੈ ਤੇ ਸਭ ਨੂੰ ਦਿੰਦੀ ਹੈ। ਸੋ ਇਹ ਗੱਲ ਜਿਹੜੀ ਲੋਕਾਂ ਨੂੰ ਹੈ ਉਹ ਬਹੁਤ ਚੰਗੀ ਤਰ੍ਹਾਂ ਪਤਾ ਹੈ। ਐਨੀਵੇ, ਨਹੀਂ ਦੇਖੋ, ਆਮ ਆਦਮੀ ਪਾਰਟੀ ਦਾ ਜੈਬਾਨ ਜੀ, ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਕਿ ਮਣੀਪੁਰ ਦੇ ਪਿੱਛੇ, ਮਣੀਪੁਰ ਦੇ ਵਿੱਚ ਜੋ ਕੁਝ ਹੋ ਰਿਹਾ ਉਸ ਦੇ ਪਿੱਛੇ ਵੀ ਬੀਜੇਪੀ ਹੈ। ਹਾਂ ਠੀਕ ਹੈ ਜੀ, ਮਤਲਬ ਅੱਛਾ ਮੈਨੂੰ ਇਹਦਾ ਜਵਾਬ ਦੇ ਲੈਣ ਦਿਓ। ਮੈਂ ਇਹ ਚਾਹਾਂਗਾ ਕਿ ਸਾਡੇ ਕੇਜਰੀਵਾਲ ਸਾਹਿਬ ਉਹ ਆਪਣੇ ਰਾਹੁਲ ਗਾਂਧੀ ਜੀ ਨੂੰ ਲੈ ਕੇ ਮਾਨ ਸਾਹਿਬ ਦੇ ਹੈਲੀਕਾਪਟਰ 'ਚ ਜਾਂ ਜਹਾਜ਼ 'ਚ ਬਹਿ ਕੇ ਇੱਕ ਵਾਰ ਮਨੀਪੁਰ ਚਲੇ ਜਾਣ। ਉੱਥੇ ਜਾ ਕੇ ਕੁਕੀਜ਼ ਨਾਲ ਗੱਲ ਕਰਕੇ ਆਣ, ਮੈਤੀਜ਼ ਨਾਲ ਗੱਲ ਕਰਕੇ ਆਣ, ਨਾਗਾਜ਼ ਨਾਲ ਗੱਲ ਕਰਕੇ ਆਣ, ਉਹਨਾਂ ਦਾ ਦੁੱਖ ਵੰਡ ਕੇ ਆਣ, ਉਹਨਾਂ ਨੂੰ ਪੁੱਛਣ ਕਿ ਕੀ ਕਰਨਾ ਚਾਹੀਦਾ ਹੈ, ਆ ਕੇ ਇੱਥੇ ਵਾਈਟ ਪੇਪਰ ਕੱਢਣ, ਵਾਈਟ ਪੇਪਰ ਕੱਢਣ, ਸਾਨੂੰ ਕੋਈ ਸਲਾਹ ਦੇਣ, ਕੋਈ ਮਸ਼ਵਰਾ ਦੇਣ, ਸਾਡੇ ਨਾਲ ਮਿਲ ਕੇ ਉੱਥੇ ਜਿਹੜੀ ਪ੍ਰੋਬਲਮ ਹੈ ਉਹਨੂੰ ਸੌਟ ਆਊਟ ਕਰਨ ਦੀ ਕੋਸ਼ਿਸ਼ ਕਰਨ। ਬਾਕੀ ਅਗਾਬ ਗਰੇਵਾਲ ਜੀ ਚੰਗੀ ਗੱਲ ਹੈ, ਇਹ ਪੜ੍ਹੇ ਲਿਖੇ ਆਦਮੀ ਨੇ ਤੇ ਇਹਨਾਂ ਦੇ ਹੋਣ ਦੇ ਵਿੱਚ ਮੈਂ ਗੱਲ ਕਰ ਸਕਣਾ ਕਿ ਜਿਹੜੀ ਉੱਥੋਂ ਦੀ ਇਹ ਕਮਿਊਨਲ ਕੌਨਫਲਿਕਟ ਹੈ, ਇਹ ਕਮਿਊਨਲ ਨਹੀਂ ਹੈ, ਟ੍ਰਾਈਬਲ ਕੌਨਫਲਿਕਟ ਹੈ। ਇਹ ਜਦੋਂ ਦੀ ਬਣੀ ਹੈ, ਜਦੋਂ ਦਾ ਇਹ ਚੱਕਰ ਹੋਇਆ ਨਾ ਇੰਡੀਪੈਂਡੈਂਸ ਦੇ ਬਾਅਦ, ਉਦੋਂ ਦੀ ਚੱਲ ਰਹੀ ਹੈ। ਜਦੋਂ ਦਾ ਉੱਥੇ ਸੈਟਲ ਕੀਤਾ ਹੈ ਇਹਨਾਂ ਨੇ ਗਰੇਵਾਲ ਜੀ ਥੋੜਾ ਇੱਕ ਵਾਰੀ ਵੇਟ ਕਰਿਓ, ਜਵਾਬ ਤੁਹਾਡੇ ਤੋਂ ਲੈਣਾ, ਬੇਫਿਕਰ ਹੋ ਸਰ, ਜਵਾਬ ਤੁਹਾਡੇ ਤੋਂ ਹੀ ਲੈਣਾ। ਥੋੜਾ ਜਿਹਾ ਵੇਟ ਕਰਿਓ ਸਰ, 20 ਸੈਕਿੰਡ ਇੱਕ ਵਾਰੀ ਕੰਪਲੀਟ ਕਰ ਲੈਣ ਦਿਓ, ਇੱਕ ਵਾਰੀ ਕੰਪਲੀਟ ਕਰ ਲੈਣ ਦਿਓ। ਜੈਬਾਨ ਜੀ ਕੰਪਲੀਟ ਕਰ ਲਓ ਤੁਸੀਂ ਆਪਣੀ ਗੱਲ। ਨਹੀਂ ਗਰੇਵਾਲ ਸਾਹਿਬ ਨੂੰ ਬੋਲ ਲੈਂਦੇ, ਉਹ ਬੜੇ ਬਹੁਤ ਵਿਦਵਾਨ ਨੇ, ਉਹਨਾਂ ਨੂੰ ਬੋਲ ਲੈਂਦੇ। ਮੈਨੂੰ ਨਹੀਂ ਕਰੋ ਜੀ ਵਿੱਚ ਬੋਲਣਾ, ਮੈਂ ਕਿਸੇ ਦੇ ਵਿੱਚ ਨਹੀਂ ਬੋਲਦਾ। ਅੱਜ ਪਤਾ ਨਹੀਂ ਗਰੇਵਾਲ ਸਾਹਿਬ ਨੂੰ ਹੋ ਗਿਆ, ਇਹ ਵੀ ਕਦੀ ਨਹੀਂ ਬੋਲਦੇ ਕਿਸੇ ਦੇ ਵਿੱਚ। ਕੀ ਹੋ ਗਿਆ ਗਰੇਵਾਲ ਸਾਹਿਬ ਨੂੰ? ਯੂ ਹੈਵ ਨੈਵਰ ਤੁਸੀਂ ਫੌਜੀ ਹੋ ਕੇ ਝੂਠ ਬੋਲ ਰਹੇ ਹੋ। ਚਲੋ ਬੋਲੋ ਤੁਸੀਂ। ਗਰੇਵਾਲ ਜੀ ਗੱਲ ਰੱਖ ਲਓ ਤੁਸੀਂ ਆਪਣੀ, ਤੁਸੀਂ ਗੱਲ ਰੱਖ ਲਓ ਆਪਣੀ। ਸਰ ਗੱਲ ਇਹਨਾਂ ਕੋਲ ਹੈ ਹੀ ਨਹੀਂ, ਰੱਖਣੀ ਕੀ ਇਹਨਾਂ ਨੇ, ਬੋਲ ਲੈਂਦੇ ਉਹਨਾਂ ਨੂੰ। ਤੁਹਾਡੀ ਡਿਬੇਟ ਖਰਾਬ ਕਰਨੀ ਸੀ, ਕਰਨਗੇ। ਹੁਣ ਸੁਣ ਲਓ ਤੁਹਾਡੀ ਡਿਬੇਟ ਹੀ ਖਰਾਬ ਕਰਨੀ ਸੀ। ਕੁੱਕੀ, ਮੇਤੀ, ਨਾਗਾ ਹੋਰ ਛੱਡੋ, ਮੀਜ਼ੋ, ਅਹਮ ਸਾਰੀ ਪ੍ਰੋਬਲਮ ਸੀ, ਪਰ ਕਦੇ ਬੰਦਰ ਤੇ ਚਰਚ ਨਹੀਂ ਸੜੇ ਸੀ ਸਰ। डबल इंजन की सरकार आई, थोड़ा जो असम का मुख्यमंत्री है, मियाँ को काट देगा, मियाँ सब्जी महंगा करता है, मियाँ फलाना करता है, कदे क्रिश्चियन फलाना मिशनरी करता है। थोड़ा जो प्रधान बनाया तुसी नॉर्थ ईस्ट का, थोड़ा बरेन सिंह शरेआम कहता है ये बाहर सैटल किने कीते सर। अनपढ़ बंदे मूरे फैक्ट्स ना रखियो।
ਕੁੱਕੀ ਰਹਿੰਦੇ ਆ ਇੱਥੇ, ਕੁੱਕੀ ਰਹਿੰਦੇ ਬਰਮਾ 'ਚ, ਮੇਤੀ ਰਹਿੰਦੇ ਇੱਥੇ, ਮੱਤੀ ਰਹਿੰਦੇ ਬਰਮਾ 'ਚ, ਨਾਗਾ ਰਹਿੰਦੇ ਇੱਥੇ, ਨਾਗਾ ਰਹਿੰਦੇ ਬਰਮਾ 'ਚ, ਨਾਗਾਲੈਂਡ 'ਚ। ਪਲੀਜ਼ ਐਂਡ ਤੁਸੀਂ ਸੰਵਿਧਾਨ ਦੀ ਸਹੁੰ ਖਾਧੀ ਹੈ ਸਰ, ਅੱਜ ਝੂਠ ਨਾ ਬੋਲਿਓ। ਤੁਹਾਡੀ ਡਬਲ ਇੰਜਨ ਦੀ ਸਰਕਾਰ ਨੇ ਅੱਗ ਲਾਈ ਹੈ ਸਰ, ਡਬਲ ਇੰਜਨ ਦੀ ਸਰਕਾਰ ਨੇ ਪੰਜਾਬ ਚਲਾਉਣ ਦੀ ਕੋਸ਼ਿਸ਼ ਕੀਤੀ, ਅਸੀਂ ਨਹੀਂ ਲੱਗਣ ਦਿੱਤੀ, ਇਹਨੂੰ ਰੋਕ ਕੇ ਦਿਖਾਵਾਂਗੇ। ਟਾਕ ਟੂ ਐਨ ਠੀਕ ਹੈ, ਚਲੋ ਲਾਈਕ ਦਿਸ। ਮੈਂ ਪੰਜਾਬ ਵਾਲੀ ਗੱਲ ਸਮਝਣ ਦੀ ਕੋਸ਼ਿਸ਼ ਕਰ ਰਿਹਾ ਕਿ ਤੁਸੀਂ ਬਾਰ-ਬਾਰ ਗਰੇਵਾਲ ਸਾਹਿਬ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਇਹ ਕੋਸ਼ਿਸ਼ ਕੀਤੀ ਗਈ, ਕਿਹੜੀ ਕੋਸ਼ਿਸ਼ ਹੋਈ ਪੰਜਾਬ ਦੇ ਵਿੱਚ? ਸਰ ਕੋਸ਼ਿਸ਼ ਕੀ ਹੋਈ ਪੰਜਾਬ 'ਚ 2017 ਚ ਨੈਰੇਟਿਵ ਬਣਿਆ, ਆਮ ਆਦਮੀ ਪਾਰਟੀ ਆਊਗੀ, ਖਾਲਿਸਤਾਨੀ ਆਣਗੇ, ਖਾਲਿਸਤਾਨੀ ਆਣਗੇ, ਖਾਲਿਸਤਾਨੀ ਆਣਗੇ, ਬਣਿਆ। ਮਤਲਬ ਤੁਹਾਨੂੰ ਲੱਗ ਰਿਹਾ ਕਿ ਅੰਮ੍ਰਿਤਪਾਲ ਦਾ ਜਿਹੜਾ ਪੂਰਾ ਐਪੀਸੋਡ ਹੋਇਆ ਹੈ ਉਹ ਵੀ ਇੱਕ ਪੋਲਿਟਿਕਲੀ ਉਸਨੂੰ ਰੇਜ਼ ਕੀਤਾ ਗਿਆ, ਟੋਟਲੀ ਪਲਾਨਡ, ਟੋਟਲੀ ਆਰਕੈਸਟ੍ਰੇਟਡ, ਟੋਟਲੀ ਤਿਆਰ ਕਰਕੇ, ਬੰਦਾ ਖੜਾ ਕਰਕੇ, ਰਾਤੋਂ ਰਾਤ ਹੀਰੋ ਬਣਾ ਕੇ। ਪੰਜਾਬ 'ਚ ਕੋਈ ਬੋਲ ਨਹੀਂ ਰਿਹਾ, ਕੈਨੇਡਾ 'ਚ, ਆਸਟ੍ਰੇਲੀਆ 'ਚ ਖਾਲਿਸਤਾਨੀਆਂ ਨੇ ਕਰ ਦਿया। ਇਹਨਾਂ ਦੇ YouTube ਇਨਫਲੂਐਂਸਰ ਕੀ ਕਹਿ ਰਿਹਾ? खालिस्तानी बिश्नोई से डरते हैं, फलाने से डरते हैं, फलाना ये करता है। ऐजे बेवकूफ लोग तुसी मुरे लाए हैं। गोदी मीडिया जवाब ले लो एक बारी। प्रोफेसर साहब भी वेट कर रहे हैं, पीर मोहम्मद जी भी वेट कर रहे हैं। रिक्वेस्ट है गरेवाल जी एक बारी सुन लियो, ਆਪਾਂ ਵਿਚਾਲੇ ਗੱਲ ਕਰਾਂਗੇ, 2-3 ਲੋਕ ਇਕੱਠੇ ਬੋਲਦੇ हैं पर ਲੋਕਾਂ ਤੱਕ ਗੱਲ ਨਹੀਂ ਪਹੁੰਚਦੀ। ਜੈਬੰਸ਼ ਠੀਕ ਹੈ, ਜੈਬੰਸ਼ ਹੁਣ ਪੂਰਾ ਹੋ ਗਿਆ ਗਰੇਵਾਲ ਸਾਹਿਬ ਦਾ, ਅਗਰ ਹੋਰ ਵੀ ਕੁਝ ਬੋਲਣਾ ਤਾਂ ਬੋਲ ਲਾਂ। ਹੋਪਫੁਲੀ ਹੋ ਗਿਆ ਸਰ, ਤੁਸੀਂ ਚਲਾਓ ਜੀ। ਹਾਂ ਚਲੋ, ਥੈਂਕ ਯੂ ਵੈਰੀ ਮਚ। ਸੋ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਨਾ ਕੁੱਕੀ ਮਾਈਤੀ ਤੇ ਉਹਦੀਆਂ, ਇਹਨਾਂ ਨੇ ਮੇਰੇ ਖਿਆਲ ਲਾਸਟ ਪਤਾ ਨਹੀਂ ਕਦੋਂ ਨਾਰਥ ਈਸਟ ਗਏ ਸੀਗੇ, ਮੈਂ ਤਾਂ ਬਹੁਤ ਟਾਈਮ ਉੱਥੇ ਕੱਟ ਕੇ ਆਇਆ ਹੋਇਆ, ਮੈਨੂੰ ਪੂਰੀ ਤਰ੍ਹਾਂ ਪਤਾ ਹੈ ਕਿ ਟ੍ਰਾਈਬਲ ਇਸ਼ੂਜ਼ ਕੀ ਹੁੰਦੇ ਨੇ, ਕਿਹੜੇ ਤਰੀਕੇ ਨਾਲ ਉਹਨਾਂ ਨੂੰ ਰਿਜ਼ੋਲਵ ਕੀਤਾ ਜਾਂਦਾ ਹੈ। ਤੇ ਉੱਥੇ ਜਿਹੜਾ ਏਡੀ ਜ਼ਿਆਦਾ ਜਿਹੜੇ ਪਿਛਲੇ ਹਿਸਾਬ ਦੇ ਵਿੱਚ ਜਿਹੜੀ ਤਰੀਕੇ ਦੀ ਵਾਇਲੈਂਸ ਹੁੰਦੀ ਸੀਗੀ, ਵਾਇਲੈਂਸ ਤੇ ਵੈਸੇ ਵਾਇਲੈਂਸ ਹੀ ਹੁੰਦੀ ਹੈ, ਉਹਨੂੰ ਕਦੀ ਵੀ ਕੰਡੋਨ ਨਹੀਂ ਕਰਨਾ ਚਾਹੀਦਾ, ਪਰ ਮੈਨੂੰ ਇੰਡੀਅਨ ਆਰਮੀ ਦੀ ਫੋਰਸਿਸ ਦੇ ਬਾਰੇ ਸਰਾਹਨਾ ਦੇਣੀ ਚਾਹੀਦੀ ਹੈ ਕਿ ਬਹੁਤ ਹੀ ਨਮਰਤਾ ਤੇ ਬਹੁਤ ਹੀ ਵਿਦ ਅ ਲੋਟ ਆਫ ਮੈਚੁਰਿਟੀ ਉਹਨਾਂ ਨੇ ਉੱਥੋਂ ਦੀ ਚੀਜ਼ਾਂ ਨੂੰ ਕੰਟਰੋਲ ਕੀਤਾ। ਦੂਸਰਾ ਮੈਂ ਤੁਹਾਨੂੰ ਗੌਰਵ ਜੀ ਦੱਸ ਦੇਵਾਂ, ਮਲਟੀਪਲ ਲੈਵਲਸ ਦੇ ਉੱਤੇ ਉੱਥੋਂ ਦੇ ਲੋਕਾਂ ਨੂੰ ਉਹਨਾਂ ਦੀਆਂ ਇਮੋਸ਼ਨਸ ਨੂੰ ਐਸੂਏਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਵਲ ਸੁਸਾਇਟੀ ਦੇ ਨਾਲ ਗੱਲਬਾਤ ਹੋ ਰਹੀ ਹੈ, ਗਵਰਨਮੈਂਟ ਆਪਣੇ ਲੈਵਲ ਤੇ ਕਰ ਰਹੀ ਹੈ, ਟਰੈਕ ਟੂ ਡਿਪਲੋਮੇਸੀ ਚੱਲ ਰਹੀ ਹੈ। ਉੱਥੋਂ ਦੇ ਜਿਹੜੇ ਪੁਰਾਣੇ ਆਰਮੀ ਆਫੀਸਰਸ ਤੇ ਉੱਥੋਂ ਦੇ ਸਿਵਲ ਸਰਵੈਂਟਸ ਨੇ ਉਹ ਕੰਮ ਕਰ ਰਹੇ ਨੇ, ਬਹੁਤ ਜ਼ਿਆਦਾ ਕੰਮ ਹੋ ਰਿਹਾ ਹੈ ਉੱਥੇ। ਅਗਰ ਸਿਚੁਏਸ਼ਨ ਐਸੂਏਜ ਕਰਨੀ ਹੈ ਤੇ ਬਹੁਤ ਮੈਚੁਰਿਟੀ ਨਾਲ ਕਰਨੀ ਚਾਹੀਦੀ ਹੈ। ਉਹ ਸਾਰੇ ਚੱਕਰ 'ਚ ਮੈਨੂੰ ਇਹ ਦੱਸ ਦੇਣ ਕਿ ਰਾਹੁਲ ਗਾਂਧੀ ਜੀ ਤੇ ਕੇਜਰੀਵਾਲ ਜੀ ਕੀ ਕਰ ਰਹੇ ਨੇ। ਵਾਟ ਐਫਰਟ ਆਪਾਂ ਮਨੀਪੁਰ ਦੇ ਉੱਤੇ ਫੋਕਸ ਨਾ ਕਰੀਏ ਕਿਉਂਕਿ ਮੁੱਖ ਮੰਤਰੀ ਪ੍ਰਧਾਨ ਮੰਤਰੀ ਤੁਹਾਡਾ ਹੋਰ ਗੱਲ ਸੁਣ ਲਓ ਨਾ, ਗੱਲ ਸੁਣ ਲਓ। ਤੁਸੀਂ ਮੈਨੂੰ ਟਾਈਮ ਦਿੱਤਾ ਸੀ। ਫੌਜੀ ਦੀ ਵਾਈਫ ਨੂੰ ਨੰਗਾ ਘੁਮਾਇਆ ਗਿਆ, ਫੌਜੀ ਦੀ ਵਾਈਫ ਨੂੰ ਨੰਗਾ ਘੁਮਾਇਆ ਗਿਆ। ਸੋਚ ਕੇ ਦੇਖੋ ਕੀ ਬੋਲ ਰਹੇ ਹੋ ਤੁਸੀਂ, ਸੋਚੋ ਸਰ, ਡਰੋ ਕੀ ਬੋਲ ਰਹੇ ਹੋ ਤੁਸੀਂ। ਛੱਡ ਦਿਓ ਨਾਰਥ ਈਸਟ ਤੇ ਬਹਿਸ ਫੇਰ ਕਰਾਂਗੇ। ਚਲੋ ਇੱਕ ਛੋਟਾ ਜਿਹਾ ਕਮੈਂਟ ਲੈ ਲਓ ਸਰ, ਇੱਕ ਛੋਟਾ ਜਿਹਾ ਕਮੈਂਟ ਲੈ ਲਓ, ਮੈਂ ਉਸ ਤੋਂ ਬਾਅਦ ਪ੍ਰੋਫੈਸਰ ਸਾਹਿਬ ਦਾ ਰੁਕ ਕਰਾਂ। ਪੀਰ ਮੁਹੰਮਦ ਜੀ ਵੀ ਵੇਟ ਕਰ ਰਹੇ ਨੇ। ਜੈਬੰਸ਼ ਮੈਨੂੰ ਸਮਝ ਨਹੀਂ ਆਉਂਦੀ ਕਿ ਬਾਬ ਗਰੇਵਾਲ ਸਾਹਿਬ ਨੂੰ ਹੋ ਕੀ ਗਿਆ। ਇਹ ਕਿਹੜੇ ਇੱਕ ਇਲੈਕਸ਼ਨ ਮੋਡ ਦੇ ਵਿੱਚ ਆ ਗਏ ਨੇ ਕਿ ਇਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਹੀ ਹੈ ਨਹੀਂ, ਇਹ ਕਦੀ ਨਹੀਂ ਇਦਾਂ ਕਰਦੇ। ਬਾਪ ਦੇ ਕੱਪੜੇ ਉਤਰ ਰਹੇ ਆ ਤੁਸੀਂ ਤੀਆਂ ਪੈਣਾ ਸਾਰੀਆਂ ਬਹੁਤ ਸੇਫ ਨੇ ਉੱਥੇ, ਬਹੁਤ ਸੇਫ ਨੇ। ਕੋਈ ਸਟ੍ਰੇਂਜ ਹੋ ਜਾਂਦਾ ਹੈ, ਕੋਈ ਸਟ੍ਰੇਂਜ ਇੰਸੀਡੈਂਟ ਹੋ ਜਾਂਦਾ ਹੈ, ਉਹ ਇੰਸੀਡੈਂਟ ਸਾਰੇ ਹੀ ਉਹਨੂੰ ਡਿਪਲੋਰ ਕਰਦੇ ਨੇ। ਉਹਦੇ ਬਾਰੇ ਪ੍ਰਾਈਮ ਮਿਨਿਸਟਰ ਨੇ ਇੱਕ ਸਟੇਟਮੈਂਟ ਦਿੱਤੀ ਹੈ। ਤੁਸੀਂ ਉਹਨੂੰ ਫੜ ਕੇ ਤੇ ਅੱਗ ਲਗਾਉਣ ਦੀ ਕਿਉਂ ਕੋਸ਼ਿਸ਼ ਕਰ ਰਹੇ ਹੋ? ਜਦੋਂ ਇਹ ਲੋਕ ਐਸੇ ਗੱਲਾਂ ਕਰਦੇ ਨੇ ਨਾ ਤੇ ਉਥੋਂ ਦੇ ਜਿਹੜੇ ਰੈਡੀਕਲ ਐਲੀਮੈਂਟਸ ਨੇ ਉਹਨਾਂ ਨੂੰ ਇਦਾਂ ਲੱਗਦਾ ਹੈ ਕਿ ਸਾਡੇ ਕੋਲ ਸਪੋਰਟ ਹੈਗਾ ਪੰਜਾਬ ਇੰਡੀਆ ਦੀਆਂ ਪੋਲੀਟੀਕਲ ਪਾਰਟੀਆਂ ਦਾ, ਉਹਨਾਂ ਦਾ ਮਨੋਬਲ ਵੱਧ ਜਾਂਦਾ ਹੈ। ਇਹਨਾਂ ਲੋਕਾਂ ਨੂੰ ਜੋ ਕਹਿੰਦੇ ਨੇ ਨਾ, ਜਦੋਂ ਇੱਕ ਕਨਫਲਿਕਟ ਸਿਚੁਏਸ਼ਨ ਹੈ, ਜਦੋਂ ਕਹਿੰਦੀ ਹੈ ਕੁਝ ਆਪੋਜੀਸ਼ਨ, ਉਹਨੂੰ ਸੋਚ ਸਮਝ ਕੇ ਕਹਿਣਾ ਚਾਹੀਦਾ ਹੈ। ਇਹਨਾਂ ਨੂੰ ਕਹੋ ਉੱਥੇ ਜਾ ਕੇ ਕੰਮ ਕਰਨ ਤੇ ਉਹਨਾਂ ਦੀਆਂ ਇਮੋਸ਼ਨਸ ਨੂੰ ਐਸੋਏਜ ਕਰਨ ਦੀ ਕੋਸ਼ਿਸ਼ ਕਰਨ। ਬਾਕੀ ਰਹਿ ਗਈ ਗੱਲ ਤੁਹਾਡੀ ਪੰਜਾਬ ਦੀ, ਪੰਜਾਬ ਦੇ ਵਿੱਚ ਤੇ ਸਾਰਿਆਂ ਨੂੰ ਪਤਾ ਹੈ ਕਿ ਕੇਜਰੀਵਾਲ ਹੈਜ਼ ਬੀਨ ਸਲੀਪਿੰਗ ਵਿਦ ਦ ਪੀਪਲ ਫਰਮ ਖਾਲਿਸਤਾਨ। ਉਹਨਾਂ ਨੇ ਆਪਣੀ ਇੱਥੇ ਜਿਹੜੀ ਐਂਟਰੀ ਸੀਗੀ ਉਹ ਖਾਲਿਸਤਾਨ ਦੇ ਬੰਦੇ ਦੇ ਘਰ ਦੇ ਨਾਲ ਹੀ ਕੀਤੀ ਸੀਗੀ। ਅੰਮ੍ਰਿਤਪਾਲ ਸਿੰਘ ਨੂੰ ਫੜਨ ਦੇ ਵਾਸਤੇ, ਉਹਨੂੰ ਅੰਦਰ ਕਰਨ ਦੇ ਵਾਸਤੇ 8 ਮਹੀਨੇ ਲੱਗ ਗਏ। 8 ਮਹੀਨੇ ਦੇ ਬਾਅਦ ਵੀ ਜਦੋਂ ਅਮਿਤ ਸ਼ਾਹ ਜੀ ਨੇ ਉਹਦੇ ਉੱਤੇ ਸਮਾਂ ਬਹੁਤ ਘੱਟ ਹੈ ਸਰ, ਮੈਂ ਜਵਾਬ ਲੈ ਲਵਾਂਗਾ, ਸਮਾਂ ਪਿੱਛੇ ਮੇਰੇ ਕੋਲ ਬਹੁਤ ਘੱਟ ਹੈ। ਥੋੜਾ ਜਿਹਾ ਵੇਟ ਕਰਿਓ, ਪ੍ਰੋਫੈਸਰ ਸਾਹਿਬ ਬਹੁਤ ਦੇਰ ਦੇ ਵੇਟ ਕਰ ਰਹੇ ਨੇ। ਗਰੇਵਾਲ ਸਾਹਿਬ, ਜੈਬੰਸ਼ ਜੀ ਰਿਕੁਐਸਟ ਹੈ ਥੋੜਾ ਜਿਹਾ ਵੇਟ ਕਰਿਓ ਸਰ, ਬਾਕੀ ਮਹਿਮਾਨ ਵੀ ਵੇਟ ਕਰ ਰਹੇ। ਮੈਂ ਇੱਕ ਵਾਰੀ ਪ੍ਰੋਫੈਸਰ ਸਾਹਿਬ ਦਾ ਰੁਕਦਾ ਹੀ ਨਹੀਂ ਗੌਰਵ ਅੰਦਰ, ਮੈਂ ਤੇ ਕਦੀ ਨਹੀਂ ਬੋਲਦਾ ਅੰਦਰ, ਮੈਂ ਕਦੀ ਵੀ ਨਹੀਂ ਬੋਲਦਾ। ਬਿਲਕੁਲ ਸਰ, ਬਿਲकुल मैं रिक्वेस्ट कर रहे हैं इस करके प्रोफेसर साहब अनिल विज ने क्यों नहीं पढ़ा यहाँ पे बैठा? गरवाल साहब वेट करियो, मैं ਤੁਹਾਡੇ ਕੋਲ ਆਵਾਂਗਾ, ਤੁਸੀਂ ਜਵਾਬ ਦੇ ਲਿਓ।
ਤੁਸੀਂ ਇਕੱਠੇ ਜਵਾਬ ਦੇ ਰਹੇ ਹੋ। ਪੀਰ ਮੁਹੰਮਦ ਸਾਹਿਬ ਵੀ ਲਾਜ਼ਮੀ ਤੌਰ ਤੇ ਕੋਈ ਨਾ ਕੋਈ ਪੁਆਇੰਟ ਆਪਣਾ ਰੱਖਣਗੇ। ਮੈਂ ਇੱਕ ਵਾਰੀ ਪ੍ਰੋਫੈਸਰ ਸਾਹਿਬ ਦਾ ਰੁਖ ਕਰ ਲੈਣਾ। ਪ੍ਰੋਫੈਸਰ ਸਾਹਿਬ, ਮਣੀਪੁਰ ਦਾ ਮੁੱਦਾ ਹੋਵੇ ਜਾਂ ਫਿਰ ਰਾਜਪਾਲ ਦਾ ਜ਼ਿਕਰ ਹੋਵੇ, ਰਾਜਪਾਲ ਦੀਆਂ ਸਰਗਰਮੀਆਂ ਪੰਜਾਬ ਦੇ ਵਿੱਚ, ਦਿੱਲੀ ਦੇ ਵਿੱਚ, ਵੈਸਟ ਬੰਗਾਲ ਦੇ ਵਿੱਚ ਖੂਬ ਚਰਚਾ ਦੇ ਵਿੱਚ ਸਰਕਾਰ ਤੇ ਉਹਨਾਂ ਦੀ ਟਸਲ ਰਹੀ ਹੈ, ਤੇਲੰਗਾਨਾ ਦੇ ਵਿੱਚ, ਇਹ ਵੱਖ-ਵੱਖ ਥਾਵਾਂ ਦੇ ਉੱਤੇ, ਕਿ ਇਹ ਸਾਰੇ ਇਨਸੀਡੈਂਟਸ ਜਾਂ ਜੋ ਵੀ ਘਟਨਾਕ੍ਰਮ ਹੋ ਰਿਹਾ ਹੈ ਕਿ ਵਿਰੋਧੀਆਂ ਨੂੰ ਇਕਜੁੱਟ ਕਰ ਰਹੀਆਂ ਜਾਂ ਫਿਰ ਮੌਕਾ ਦੇ ਰਹੇ हैं, ਜਾਂ ਸਭ ਨੂੰ ਦੱਸ ਰਹੇ ਨੇ ਕਿ ਹਾਂ ਤੁਹਾਨੂੰ ਇਕੱਠੇ ਹੋਣਾ ਹੀ ਪਏਗਾ बीजेपी ਦੇ अगेंस्ट? देखो जी, पहले तो मैं एक क्लियर कर दूं बात कि डेस्परेट शब्द शायद आम आदमी पार्टी के हमारे साथी को पसंद नहीं आया और उन्होंने काफ़ी प्रवचन दे दिया पार्टीशन वगैरह को लेके। तो एक तो ये कि हमने तो हमारे परिवार ने पार्टीशन झेला हुआ है, तो वो तो ना बताएं। और दूसरा, डेस्परेट होना अपने लक्ष्य के लिए कोई बुरी बात नहीं है किसी लिहाज से। मैंने सिर्फ ये बोला कि 10 साल से भारतीय जनता पार्टी की सेंटर में सरकार है और जिस तरह का उनका एक मार्केटिंग है, जिस तरह का उनका एक काम करने का तरीका है वो, और जिस तरह के सर्वे आ रहे हैं, वो चाहे गोदी मीडिया हो चाहे जो भी हो, उसके मद्देनजर एक डेस्परेशन विपक्ष में है। इसमें कुछ और मैंने ये भी कहा कि इंडिया नाम से थोड़ी सी बीजेपी भी परेशान है, क्योंकि हमारे बीजेपी वाले साथी वो कर रहे थे, वो शायद उन्होंने नहीं सुना। अब जो आपका मुद्दा है, मैंने सिर्फ ये बताया था उस समय कि ये जो विवाद होते हैं, राजनीति, देखिए जब चार्ज एटमॉस्फेयर होता है तो उसमें अपोजिशन नेचुरली, मैं तो दोबारा इस शब्द को इस्तेमाल करूंगा इस निवेदन के साथ कि वो पंजाबी में बोले, मुझे अच्छे से समझ में आती है, कोई दिक्कत नहीं है, लेकिन वो डेस्पिरेशन है अपोजिशन में और अभी कई सवाल हैं जिनको सुलझाना बाकी है। अपोजिशन ने जो ये टारगेट, जो नीतीश कुमार ने एक स्लोगन दिया था कि भाई एक कैंडिडेट 1 अगेंस्ट 1 वाला, उसके रास्ते में अभी कई चीजें हैं और वो अगर 24 से पहले सुलझेंगी, मैं बिल्कुल सहमत हूं इस बात से। हमारे किसी एक साथी ने कहा था कि एक मजबूत विपक्ष का होना जरूरी है, इसमें कोई दो राय नहीं है। और उसके लिए जो पिछले कुछ सालों में इस प्रकार से देखने में आया है कि वो एक प्रकार का बिखराव है। अगर वो आज इकट्ठा होता है, वो चाहे कर्नाटक के रास्ते हो या अब आगे जब स्टेट्स के इलेक्शन होने वाले हैं, आप जानते हैं छत्तीसगढ़ के, राजस्थान के, जी। और मध्य प्रदेश के, आगे फिर तेलंगाना का, तो इन चुनावों से भी ये चीज क्लियर होगी कि वो कहां तक उस सक्सेस उसमें हुई है। मेरी जो चिंता है, जो मैं दोबारा व्यक्त कर रहा हूं, वो ये है कि देखिए रेटोरिक से कुछ नहीं होता। अब जहां तक जैसे केंद्र से मदद लेने की बात है, गवर्नर के कहने से केंद्र नहीं मदद देता, एक सिस्टम है, मुझे नहीं मालूम कितनी किस्त आई कितनी आई। जहां पर भी बाढ़ आई, हिमाचल में कांग्रेस सरकार है, यहाँ आम आदमी पार्टी की सरकार है, हरियाणा में बीजेपी की पार्टी की सरकार है। सभी लोगों के जो फिगर होते हैं वो आप देखिए, हमेशा सरकारें मांग ज्यादा की करती हैं, मिलता कम है। कुछ किस्तें रिलीज भी हुई हैं, अब ये कह रहे हैं एक भी पैसा नहीं आया। फ्रेंकली स्पीकिंग मुझे नहीं मालूम, ना मैं इस चीज को वेरीफाई कर सकता हूं, बट जो हम लोग तो अखबारों में पढ़ते हैं कि हाँ भाई इतने पैसे जारी हुए या नहीं हुए, है ना। अभी मैं कल ही पेपर में पढ़ रहा था कि शायद पटियाला गवर्नर साहब गए हैं देखने के लिए, शायद उनकी कोई फोटो किसी अखबार में थी। ये चीजें सिंबॉलिक होती हैं कि हेलीकॉप्टर से चले जाओ, यहाँ चले जाओ। मैं ना सिर्फ ये कह रहा हूं बार बार कि जब हम अपने राजनीतिक हितों में या राजनीतिक चार्ज एटमॉस्फेयर में कुछ बातें कह जाते हैं और एक संयम को छोड़ देते हैं दोनों तरफ से। मैंने ये भी कहा था कि राज्यपाल पहले प्रेस में नहीं जाया करते थे, जो अब बहुत कॉमन हो गया है ना, लाइव वो जाके चैनल्स की डिबेट्स में भी बैठने लगे हैं, तो ये पहले बहुत नई बात है। तो उस पर थोड़ा सा ध्यान देना चाहिए, वो दे लें अच्छी बात है। हम तो एज नागरिक यही उम्मीद कर सकते हैं कि जो सिस्टम है उसकी थोड़ी बहुत सेंटिटी, पूरी तो नहीं लेकिन उसकी सेंटिटी बची रहे। ले सर, समय बहुत पूरा मेरे पास। पीर मुहम्मद जी, ਤੁਹਾਡਾ फाइनल रिएक्शन जरूर चाहूंगा। देखो जी, प्रोफेसर साहब ने बहुत अच्छे विचार रखे हैं। मैं ना तो ये गल कहनी चाहना कि जेड़ा जयबंत सिंह जी कह रहे थे, देखो जयबंत सिंह जी एक गल क्लीयर, जो नवंबर 1984 सिख नस्ल कुशी करवा के कांग्रेस के उत्ते धब्बा लगा सी, मणिपुर के उपर जिन्नी मर्जी तुसी सफाइयां देई जाओ, तुसी भी उत्थे फेल होए हो। और जिस तरीके दे नाल उत्थे कतलेआम होया, एक तरह का जेनोसाइड किया गया है, ते उत्थे जिहड़ा धीआं भैणां दी आपां वार-वार गल कर रहे हैं, महिलावां दी जिहड़ी बेपती की गई है, उस संबंध दे विच तुहानूं पूरे राष्ट्र कोलों माफी मंगनी चाहिदी है कि एक आजाद भारत दे अंदर अज उत्थे मणिपुर दे विच जिहड़ी दरिंदगी दा नाच होया है, उस नूं देख के कोई भी बंदा जिहड़ा पंजाब देश दे विच रहिंदा ਉਹ ਇਹ ਆਪਣੇ ਆਪ ਨੂੰ ਸ਼ਰਮਸਾਰ ਮਹਿਸੂਸ ਕਰਦਾ। ਜਿੱਥੋਂ ਤੱਕ ਗਵਰਨਰ ਸਾਹਿਬ ਦਾ ਮਸਲਾ ਹੈ, ਉਹਦੇ ਤੇ ਆਮ ਆਦਮੀ ਪਾਰਟੀ ਜੋ ਮਰਜ਼ੀ ਕਹੀ ਜਾਏ, ਲੇਕਿਨ ਇਹ ਅਸਲ ਮੁੱਦਿਆਂ ਨੂੰ ਡਿਲੂਟ ਕਰਨ ਵਾਸਤੇ ਇਹਨਾਂ ਦੀ ਇੱਕ ਰਣਨੀਤੀ ਹੈ।
ਉਹਦਾ ਇਹ ਪਾਰਟ ਹੈ ਔਰ ਇਹਨਾਂ ਨੇ ਇਸ ਤਰ੍ਹਾਂ ਕਰਦੇ ਕਰਦੇ ਆਪਣਾ ਸਮਾਂ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਦੱਸ ਦੇਣ ਕਿ ਇਹਨਾਂ ਨੇ ਪੀਰੂ ਮਾਮਾ ਜੀ ਨੈਟਵਰਕ ਦਾ ਫੇਰ ਇਸ਼ੂ ਹੈ ਅੱਜ ਥੋੜਾ ਜਿਹਾ ਲੱਗ ਰਿਹਾ ਤੁਸੀਂ ਆਪਣੀ ਕਾਰ ਦੇ ਵਿੱਚ ਨਾਲ ਟਰੈਵਲ ਕਰ ਰਹੇ ਹੋ ਸਕਾਈਪ ਦੇ ਜ਼ਰੀਏ ਸਾਡੇ ਨਾਲ ਜੁੜੇ ਹੋਏ ਨੇ ਮੇਰੇ ਕੋਲ ਸਮਾਂ ਵੀ ਬਹੁਤ ਪੂਰਾ ਗਰੇਵਾਲ ਸਾਹਿਬ ਇੱਕ ਛੋਟੀ ਸਟੇਟਮੈਂਟ ਤੁਹਾਡੀ ਫਾਈਨਲ ਸਟੇਟਮੈਂਟ ਮੈਨੂੰ ਇੱਕ ਪੁਆਇੰਟ ਕਹਿਣਾ ਹੈ ਮੈਂ ਆ ਰਿਹਾ ਹਾਂ ਜੀ ਇੱਕ ਪੁਆਇੰਟ ਹੈ ਜੀ ਜੈਵੰਸ਼ ਜੀ ਥੋੜੇ ਘੱਟ ਟਾਈਮ ਲਿਓ ਸਰ ਮੈਂ ਕੰਕਲੂਡ ਕਰਨਾ ਹਾਂ ਬਿਲਕੁਲ ਘੱਟ ਮੈਂ ਪੀਰ ਮੁਹੰਮਦ ਜੀ ਨੂੰ ਇਹ ਦੱਸਣਾ ਚਾਹਨਾ ਕਿ ਜੋ 1984 ਦੇ ਵਿੱਚ ਪੰਜਾਬ 'ਚ ਹੋਇਆ ਸੀਗਾ ਉਹਨੂੰ ਮਨੀਪੁਰ ਦੇ ਵਿੱਚ ਹੋ ਰਿਹਾ ਉਹਦੇ ਨਾਲ ਨਾ ਮਿਲਾਨ ਕਿਉਂਕਿ ਪੰਜਾਬ ਦੇ ਵਿੱਚ ਇੱਕ ਮਿਲੀਟੈਂਸੀ ਦੇ ਇੱਕ ਕਾਂਗਰਸ ਨੇ ਖੁਦ ਮਿਲੀਟੈਂਸੀ ਖੜੀ ਕੀਤੀ ਸੀ ਫਿਰ ਉਹਦੇ ਖਿਲਾਫ ਹੋ ਗਈ ਸੀਗੀ ਤੇ ਇੱਥੇ ਇੱਕ ਇਨਸਰਜੈਂਟ এনवायरमेंट ਸੀਗੀ ਮਨੀਪੁਰ ਦੇ ਵਿੱਚ ਟ੍ਰਾਈਬਲ ਕਨਫਲਿਕਟ ਹੈ ਉੱਥੇ ਮਨੀਪੁਰ ਦੇ ਵਿੱਚ ਟ੍ਰਾਈਬਲ ਕਨਫਲਿਕਟ ਹੈ ਉਸ ਟ੍ਰਾਈਬਲ ਕਨਫਲਿਕਟ ਨੂੰ ਦੋਨੋਂ ਪਾਸਿਆਂ ਦੀ ਦਿੱਲੀ ਵਾਲਾ ਵੀ ਜ਼ਿਕਰ ਕਰ ਰਹੇ ਨੇ ਕਰਨ ਦੀ ਜ਼ਰੂਰਤ ਹੈ ਉਹ ਨਵੰਬਰ 84 ਦਿੱਲੀ ਵਾਲਾ ਵੀ ਜ਼ਿਕਰ ਕਰ ਰਹੇ ਨੇ ਕਾਨਪੁਰ ਦੀ ਗੱਲ ਕਰ ਰਹੇ ਹਾਂ ਬੋਕਾਰੋ ਦੀ ਗੱਲ ਕਰ ਰਹੇ ਹਾਂ ਰਿਆਸੀ ਦੀ ਗੱਲ ਕਰ ਰਹੇ ਹਾਂ ਕਾਉਂਸਲਰ ਦੀ ਗੱਲ ਕਰ ਰਹੇ ਹਾਂ ਹਰਿਆਣੇ ਦੀ ਜਿੱਥੇ